हाँ जी बच्चों, ਅੱਜ ਮੈਂ ਕਰਵਾਉਣ ਜਾ ਰਿਹਾ ਤੁਹਾਨੂੰ ਆਈਸੀਐਸਈ ਕਲਾਸ 10 ਦਾ ਚੈਪਟਰ 1 ਜੀਐਸਟੀ। ਠੀਕ ਹੈ ਬੇਟਾ, ਇਹ ਇਸ ਲਈ ਕਰ ਰਹੇ ਹੈਗੇ ਆ ਵੀ ਇਹਦੇ ਵਿੱਚੋਂ ਹਰ ਸਾਲ ਤਕਰੀਬਨ 3 ਮਾਰਕਸ ਦਾ ਕੁਐਸਚਨ ਆ ਰਿਹਾ ਟੈਬਲੇਟਡ ਫਾਰਮ ਦਾ। ਠੀਕ ਹੈ, ਟੇਬਲ ਵਾਲਾ। ਠੀਕ ਹੈ, 3 ਮਾਰਕਸ ਦਾ ਕੁਐਸਚਨ ਆ ਰਿਹਾ, ਕਈ ਵਾਰੀ ਉਹ 4 ਮਾਰਕਸ ਦਾ ਵੀ ਆ ਜਾਂਦਾ ਹੈ। ਚਲੋ ਅਸੀਂ 3 ਮਾਰਕਸ ਲੈ ਕੇ ਚੱਲਦੇ ਹਾਂ। ਇੱਕ 3 ਮਾਰਕਸ ਦਾ ਕੁਐਸਚਨ ਆਏਗਾ ਟੇਬਲ ਵਾਲਾ, ਤਕਰੀਬਨ ਆ ਰਿਹਾ। ਉਸ ਤੋਂ ਬਾਅਦ ਕੀ ਹੈ, ਇੱਕ ਮਾਰਕਸ ਦਾ ਜਿਹੜਾ ਹੈਗਾ ਐਮਸੀਕਿਊ ਆ ਰਿਹਾ। ਦੋਨੋਂ ਹੀ ਕਵਰ ਹੋ ਜਾਣੇ। ਆਪਾਂ ਕਨਸੈਪਟ ਕਰਨੇ ਆ ਸਾਰੇ ਸਮ, ਹਰ ਪੋਸੀਬਿਲਿਟੀ ਜਿਹੜੀ ਟੇਬਲ ਦੀ ਹੋ ਸਕਦੀ ਉਹ ਆਪਾਂ ਕਵਰ ਕਰਾਂਗੇ। ਠੀਕ ਹੈ, ਚਲੋ ਦੇਖਦੇ ਹਾਂ। ਪਹਿਲਾਂ ਨਾ ਇੱਕ ਸਕਰੀਨਸ਼ਾਟ ਲੈ ਲਓ ਸਮਸ ਦਾ। ਟੋਟਲ ਜਿਹੜੇ ਹੈਗੇ ਕੁਝ ਸਮ ਮੈਂ ਆਪਣੇ ਕੋ ਪਾਏ ਆ, ਕੁਝ ਬੋਰਡ ਵਾਲੇ ਹੈਗੇ ਆ। ਠੀਕ ਹੈ, 2-3 ਬੋਰਡ ਵਾਲੇ ਆ, ਬਾਕੀ ਮੈਂ ਆਪਣੇ ਕੋ ਪਾਏ ਹਰ ਪੋਸੀਬਿਲਿਟੀ ਨੂੰ ਕਵਰ ਕਰਨ ਵਾਸਤੇ। ਹਾਂਜੀ, ਸਕਰੀਨਸ਼ਾਟ ਲੈ ਲਓ। ਹਾਂਜੀ स्टूडेंट्स, दोनों स्क्रीनशॉट ले ले तुसी। बेटा इंपॉर्टेंट क्वेश्चंस है। ठीक है, टैबलेटेड क्वेश्चन ही तकरीबन आ रहा है। ठीक है, सो एमसीक्यू भी है नाल, बोर्ड वाले क्वेश्चंस भी है नाल। ठीक है, ਆਪਾਂ ਹੁਣ ਸਟਾਰਟ ਕਰਦੇ ਹਾਂ ਚੈਪਟਰ। ਪਰ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਕਨਸੈਪਟ ਕਰਾਂਗੇ, ਦੈਨ ਵਿੱਚੋਂ ਕੁਐਸਚਨ ਕਰਾਂਗੇ, ਪਰ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ। ਠੀਕ ਹੈ, ਉਹਦੇ ਨਾਲ ਕੀ ਸਾਰੇ ਸਮ ਤੁਸੀਂ ਕਰ ਪਾਓਗੇ। ਠੀਕ ਹੈ, ਤਕਰੀਬਨ 8 ਸਮ ਆਪਾਂ 5-6 ਕਰ ਲਾਂਗੇ ਬੇਟਾ, ਫਿਰ ਵੀ 2 ਛੱਡ ਦਾਂਗੇ। ਬਾਕੀ ਤੁਸੀਂ ਜਿਹੜਾ ਹੈਗਾ ਤੁਸੀਂ ਦੇਖ ਲੈਣਾ। ਠੀਕ ਹੈ, ਪਹਿਲੀ 2-3 ਸਮਾਂ ਨਾਲ ਹੀ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ ਕਨਸੈਪਟ। ਠੀਕ ਹੈ, ਦੇਖੋ ਜਰਾ। ਹਾਂਜੀ ਦੇਖੋ ਸਟੂਡੈਂਟਸ, ਕੁਝ ਜੀਐਸਟੀ ਦਾ ਆਪਾਂ ਸਟਾਰਟ ਕਰਦੇ ਹਾਂ। ਦੇਖੋ ਜੀਐਸਟੀ ਦੀ ਫੁੱਲ ਫਾਰਮ ਹੈ ਬੇਟਾ ਗੁੱਡਸ ਐਂਡ ਸਰਵਿਸਿਜ਼ ਟੈਕਸ। ਠੀਕ ਹੈ, ਗੁੱਡਸ ਐਂਡ ਸਰਵਿਸਿਜ਼ ਟੈਕਸ ਤੁਹਾਨੂੰ ਪਤਾ ਹੀ ਹੈਗਾ ਜੀ ਫੁੱਲ ਫਾਰਮ ਵਗੈਰਾ ਦਾ। ਠੀਕ ਹੈ, ਦੇਖੋ ਜਰਾ ਬੇਟਾ, ਜੀਐਸਟੀ 2 ਤਰ੍ਹਾਂ ਦੀ ਹੁੰਦੀ ਹੈ। ਵਨ ਇਜ਼ ਇੰਟਰਸਟ ਰੇਟ, ਅਦਰ ਇਜ਼ ਇੰਟਰਸਟ ਰੇਟ। ਇੰਟਰਸਟ ਰੇਟ ਐਂਡ ਇੰਟਰਸਟ ਰੇਟ ਵਿੱਚ ਕੀ ਫਰਕ ਹੈਗਾ? ਇੰਟਰਸਟ ਰੇਟ ਮੀਨਸ ਹੈ ਕਿ ਇੱਕੋ ਸਟੇਟ ਵਿੱਚ ਹੀ ਟ੍ਰੇਡ ਹੋਇਆ ਹੈਗਾ। ਜਿਸ ਤਰ੍ਹਾਂ ਮੰਨ ਲਓ ਅਸੀਂ ਕੋਈ ਚੀਜ਼ ਅੰਮ੍ਰਿਤਸਰੋਂ ਲੈਂਦੇ ਆ ਤੇ ਉਹਨੂੰ ਮੰਨ ਲਓ ਲੁਧਿਆਣੇ ਵੇਚ ਦਿੰਦੇ, ਜਾਂ ਲੁਧਿਆਣੇੋਂ ਲੈਂਦੇ ਜਾਂ ਅੰਮ੍ਰਿਤਸਰ ਵੇਚ ਦਿੰਦੇ। ਸੋ ਸਟੇਟ ਕਿਹੜੀ ਰਹੀ? ਪੰਜਾਬ ਹੀ ਰਹੀ, ਇੱਕੋ ਸਟੇਟ ਰਹੀ। ਸੋ ਇਹ ਕੀ ਹੈਗਾ? ਇੰਟਰਸਟ ਰੇਟ। ਠੀਕ ਹੈ, ਤੇ ਇੰਟਰਸਟ ਰੇਟ ਕੀ ਹੈ? 2 ਸਟੇਟਸ, ਮੰਨ ਲਓ ਅਸੀਂ ਅੰਮ੍ਰਿਤਸਰ ਚੀਜ਼ ਲਈ, ਅੰਬਾਲੇ ਵੇਚਤੀ। ਠੀਕ ਹੈ, ਉਸ ਸਟੇਟ ਕਿਹੜੀ ਹੈਗੀ? ਅੰਮ੍ਰਿਤਸਰ ਪੰਜਾਬ 'ਚ ਹੈ, ਤੇ ਜਿਹੜਾ ਹੈਗਾ ਅੰਬਾਲਾ ਉਹ ਹਰਿਆਣੇ 'ਚ। ਠੀਕ ਹੈ, ਸੋ ਇਸ ਤਰ੍ਹਾਂ 2 ਸਟੇਟਸ ਆ ਗਈਆਂ। ਠੀਕ ਹੈ, ਜਦੋਂ 2 ਸਟੇਟਸ ਦੀ ਗੱਲ ਹੋਏ ਉਦੋਂ ਇੰਟਰਸਟ ਰੇਟ ਕਰਨਾ, ਤੇ ਜਦੋਂ ਇੱਕ ਸਟੇਟ ਦੀ ਗੱਲ ਹੋਏ, ਟ੍ਰੇਡ ਇੱਕ ਸਟੇਟ 'ਚ ਹੋਏ, ਉਦੋਂ ਇੰਟਰਸਟ ਰੇਟ ਕਰਨਾ ਹੈਗਾ। ਠੀਕ ਹੈ, ਹੁਣ ਦੇਖੋ ਜੇ ਇੰਟਰਸਟ ਰੇਟ ਹੁੰਦਾ ਤੇ 2 ਤਰ੍ਹਾਂ ਦੀ ਜੀਐਸਟੀ ਹੁੰਦੀ ਹੈ, ਸੀਜੀਐਸਟੀ ਐਂਡ ਐਸਜੀਐਸਟੀ, ਸੈਂਟਰਲ ਜੀਐਸਟੀ ਐਂਡ ਸਟੇਟ ਜੀਐਸਟੀ। ਜੇ ਇੰਟਰਸਟ ਰੇਟ ਹੋਇਆ ਦੈਨ ਕੱਲਾ ਜਿਹੜਾ ਹੈਗਾ ਇੱਕੋ ਹੀ ਹੁੰਦਾ ਆਈਜੀਐਸਟੀ। ਠੀਕ ਹੈ, ਹੁਣ ਦੇਖੋ ਜਿਹੜਾ ਹੈਗਾ ਕੀ ਹੈ, ਮੰਨ ਲਓ ਜੇ ਸਾਡਾ ਜੀਐਸਟੀ ਦੀ ਪਰਸੈਂਟ ਹੈਗੀ ਹੈ, ਸਾਨੂੰ ਗਿਵਨ ਹੈ 18% ਹੈ। ਮੰਨ ਲਓ ਕਿ 18% ਜੀਐਸਟੀ ਲੱਗੀ ਕਿਸੇ ਚੀਜ਼ ਉੱਤੇ। ਠੀਕ ਹੈ, ਫਿਰ ਸੀਜੀਐਸਟੀ ਕਿੰਨਾ? ਮੰਨ ਲਓ ਜੇ ਇੰਟਰਸਟ ਰੇਟ ਦਾ ਕੇਸ ਹੋਇਆ ਤੇ ਫਿਰ ਕੀ ਹੋ ਜਾਏਗਾ? ਇਹ ਡਿਵਾਈਡ ਹੋ ਜਾਏਗਾ ਹਾਫ 'ਚ, ਇਹ 9% ਹੋ ਜਾਏਗਾ। ਠੀਕ ਹੈ, ਜੇ 5 ਹੋਇਆ ਤੇ 2.5, ਜੇ 10 ਹੋਇਆ ਤੇ 5. ਠੀਕ ਹੈ, ਇਸ ਤਰ੍ਹਾਂ। ਤੇ ਇਸ ਕੇਸ ਵਿੱਚ ਆਈਜੀਐਸਟੀ ਨਹੀਂ ਕੈਲਕੂਲੇਟ ਕਰਨਾ, ਫਿਰ ਆਈਜੀਐਸਟੀ ਕੀ ਹੈ ਉਹ ਆਪਾਂ ਕੈਲਕੂਲੇਟ ਇੱਥੇ ਨਿਲ ਕਰਾਂਗੇ। ਠੀਕ ਹੈ, ਸਮਝ ਲੱਗੀ ਹੈ? ਜੇ ਸਾਡਾ ਅੱਜ ਜੀਐਸਟੀ ਤੇ ਇੰਟਰਸਟ ਰੇਟ ਦਾ ਕੇਸ ਹੋਏ ਫਿਰ 18% ਹੈ, ਸਿੰਪਲੀ 18% ਹੀ ਆਪਾਂ ਜਿਹੜਾ ਹੈਗਾ ਆਈਜੀਐਸਟੀ ਲੈ ਲੈਣਾ ਹੈ। ਕਲੀਅਰ ਹੈ ਬੇਟਾ? ਠੀਕ ਹੈ, ਜੇ ਇੰਟਰਸਟ ਰੇਟ ਦਾ ਹੋਇਆ ਤੇ ਉਹਨੂੰ ਡਿਵਾਈਡ ਕਰ ਦੇਣਾ ਸੀਜੀਐਸਟੀ ਐਸਜੀਐਸਟੀ ਵਿੱਚ, ਜਿੰਨਾ ਜੀਐਸਟੀ ਹੈ ਉਹਨੂੰ 18% ਹੈ 99 ਕਰ ਲਓ। ਜੇ ਇੰਟਰਸਟ ਰੇਟ ਹੈ ਤੇ ਸਿੰਪਲ ਆਪਾਂ ਜਿੰਨੀ ਜੀਐਸਟੀ ਹੈ ਉਨਾ ਹੀ ਆਈਜੀਐਸਟੀ ਕੈਲਕੂਲੇਟ ਕਰ ਲੈਣੀ ਹੈਗੀ ਹੈ। ਠੀਕ ਹੈ, ਯਾਨੀ ਕਿ ਠੀਕ ਹੈ, ਇਹਨੇ ਤੋਂ ਕਲੀਅਰ ਹੋ ਗਿਆ ਤੁਹਾਨੂੰ ਸਾਰਾ। ਦੇਖੋ ਤੇ ਇਹਦੇ ਵਿੱਚ ਜਿਹੜਾ ਹੈਗਾ ਸੀਜੀਐਸਟੀ ਤੇ ਐਸਜੀਐਸਟੀ, ਬੇਟਾ ਇਹ ਦੋਨੋਂ ਨਹੀਂ ਕਰਨੇ ਹੈਗੇ। ਠੀਕ ਹੈ, ਜਦੋਂ ਇੰਟਰਸਟ ਰੇਟ ਦਾ ਕੇਸ ਆਇਆ ਤੇ ਸਿਰਫ ਆਈਜੀਐਸਟੀ ਕੈਲਕੂਲੇਟ ਕਰਨਾ ਹੈ, ਦੋਵੇਂ ਨਹੀਂ ਕਰਨੇ। ਤੇ ਜਦੋਂ ਇੰਟਰਸਟ ਰੇਟ ਦਾ ਆਇਆ ਤੇ ਇਹ ਦੋਵੇਂ ਕਰਨੇ ਆ, ਆਈਜੀਐਸਟੀ ਨਹੀਂ ਕਰਨਾ ਹੈਗਾ। ਠੀਕ ਹੈ, ਕਲੀਅਰ ਹੈ ਨਹੀਂ ਗੱਲ? ਸਕਰੀਨਸ਼ਾਟ ਲੈ ਲਓ ਇਹਦਾ।
हाँ जी स्टूडेंट्स, देखो सम स्टार्ट करने लगे, पर सम स्टार्ट करने तो पहला एक छोटी जी चीज़ समझ लो। देखो जरा बेटा, ਆਪਾਂ ਥੋੜਾ ਜਿਹਾ ਦੇਖਦੇ ਹਾਂ ਕਿ ਜਿਹੜੀ ਵੀ ਸਾਨੂੰ ਵੈਲਿਊ ਦਿੱਤੀ, ਮੰਨ ਲਓ 50,000 ਗਿਵਨ ਹੈ ਸਾਨੂੰ, ਠੀਕ ਹੈ। ਇਹ ਬੇਟਾ 100% ਹੁੰਦੀ ਹੈ, ਠੀਕ ਹੈ। ਆਪਾਂ ਮੰਨਣਾ ਆਪਣੇ ਦਿਮਾਗ ਵਿੱਚ ਮੰਨਣਾ ਕਿ ਇਹ 100% ਹੈ। ਉਸ ਤੋਂ ਬਾਅਦ ਆਪਾਂ 10% ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ ਬੇਟਾ, ਇੱਕ ਜ਼ੀਰੋ ਹਟਾ ਦਿਓ, ਠੀਕ ਹੈ। ਕਿੰਨਾ ਆ ਗਿਆ ਬੇਟਾ 5000, ਠੀਕ ਹੈ, ਕਲੀਅਰ ਹੈ। ਉਸ ਤੋਂ ਬਾਅਦ ਕੀ ਹੈਗਾ, ਧਿਆਨ ਨਾਲ ਦੇਖੋ, ਜੇ ਮੰਨ ਲਓ ਕੋਈ ਤੁਹਾਡੀ ਕੋਈ ਐਸੀ ਟਰਮ ਹੋ ਜਾਏ ਜਿਸ ਤਰ੍ਹਾਂ ਦੇਖੋ 5 6 3 4 5, ਇਹਦੇ ਵਿੱਚ ਜ਼ੀਰੋ ਹੈ ਹੀ ਨਹੀਂ, ਆਪਾਂ ਲਾਸਟ ਡਿਜਿਟ ਤੇ ਪੁਆਇੰਟ ਲਾ ਦੇਣਾ, ਠੀਕ ਹੈ। ਇਹ ਸਾਡਾ ਆ ਗਿਆ ਕਿੰਨਾ 10%। ਲਾਸਟ ਡਿਜਿਟ ਤੇ ਆਪਾਂ ਜਿਹੜਾ ਹੈਗਾ ਪੁਆਇੰਟ ਲਾ ਦਾਂਗੇ ਤੇ ਉਹ ਕੀ ਹੋ ਜਾਏਗਾ, ਸਾਡਾ 10% ਹੋ ਜਾਏਗਾ। ਇੱਥੇ ਵੀ ਅਸੀਂ ਪੁਆਇੰਟ ਹੀ ਲਾਇਆ, ਪਰ ਪੁਆਇੰਟ ਤੋਂ ਬਾਅਦ ਜ਼ੀਰੋ ਦੀ ਕੋਈ ਵੈਲਿਊ ਨਹੀਂ, ਸੋ 5000 ਆ ਗਿਆ। यानी कि देख सकते हो ਤੁਸੀਂ 5000 ਸਾਡਾ ਆ ਗਿਆ, यानी कि 100% 50,000 ਦਾ 10% ਹੋ ਗਿਆ 5000। ਉਸ ਤੋਂ ਬਾਅਦ 1% ਕਿੰਨਾ ਹੋ ਗਿਆ, 1% ਦੇਖੋ ਜਰਾ, ਫਿਰ ਇੱਕ ਹੋਰ ਡਿਜਿਟ ਬਾਅਦ ਪੁਆਇੰਟ ਲਾ ਦਿਓ, ਠੀਕ ਹੈ। 1% ਕਰਨਾ ਤੇ ਦੋ ਡਿਜਿਟ ਬਾਅਦ ਪੁਆਇੰਟ ਲਾ ਦਿਓ, ਠੀਕ ਹੈ। ਪਿੱਛੋਂ ਕਾਊਂਟ ਕਰ ਲਓ, ਇਹ ਦੋ ਡਿਜਿਟ ਬਾਅਦ ਪੁਆਇੰਟ, ਸੋ ਕਿੰਨਾ ਆ ਗਿਆ 500। ਇੱਧਰ ਵੀ ਦੇਖੋ 5 6 3.45, ਇਹ ਬੇਟਾ ਸਾਡਾ 1% ਹੋ ਗਿਆ। ਇਹ ਔਰਲੀ ਕਰਨ ਵਾਸਤੇ ਹੈਗਾ, ਠੀਕ ਹੈ। ਉਸ ਤੋਂ ਬਾਅਦ ਜੇ ਕੋਈ 5% ਕੱਢਣਾ ਹੋਏ ਤੇ ਬੇਟਾ 10% ਦਾ ਹਾਫ ਕਰ ਦਿਓ, 10% 5000 ਹੈ ਐਂਡ 2500 ਆ ਗਿਆ। ਇੱਧਰ ਵੀ ਤੁਸੀਂ 2 ਨਾਲ ਡਿਵਾਈਡ ਕਰਕੇ ਕਰ ਸਕਦੇ ਹੋ, ਕਲੀਅਰ ਹੈ ਬੇਟਾ। ਸੋ ਇਹ ਥੋੜਾ ਆਪਾਂ ਯੂਜ਼ ਕਰਾਂਗੇ ਵਿੱਚ। ਹੁਣ ਦੇਖਦੇ ਹਾਂ ਅਸੀਂ ਫਸਟ ਸਮ। ਬੇਟਾ ਫਸਟ ਸਮ ਬਹੁਤ ਸਿੰਪਲ ਹੈ, ਟੇਬਲ ਵਾਲਾ ਸਮ ਹੈਗਾ, ਠੀਕ ਹੈ। ਤਕਰੀਬਨ 2-3 ਸਾਲਾਂ ਤੋਂ ਟੇਬਲ ਵਾਲਾ ਹੀ ਆ ਰਿਹਾ, ਠੀਕ ਹੈ। ਰੋਹਨ ਨੇ ਕੁਝ ਆਰਟੀਕਲਸ ਬਾਏ ਕੀਤੇ ਮਾਲ ਚੋਂ। ਬੇਟਾ ਜਦੋਂ ਮਾਲ ਚੋਂ ਬਾਏ ਕੀਤੇ ਤੇ ਇਹਦਾ ਮਤਲਬ ਇਹ ਜਿਹੜਾ ਹੈਗਾ ਇੰਟਰਸਟ ਰੇਟ ਦਾ ਕੇਸ ਹੈ, ਇੱਕੋ ਜਗ੍ਹਾ ਤੋਂ ਹੀ ਉਹਨੇ ਬਾਏ ਕੀਤੇ ਆ, ਠੀਕ ਹੈ। ਹੋਰ ਕਿਸੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਉਹਨੇ ਕਿਤੇ ਜਾ ਕੇ ਵੇਚੇ ਹੋਣ, ਸੋ ਇੰਟਰਸਟ ਰੇਟ ਦਾ ਕੇਸ ਹੈ। ਤਕਰੀਬਨ 2-3 ਸਾਲਾਂ ਤੋਂ ਇੰਟਰਸਟ ਰੇਟ ਹੀ ਆ ਰਿਹਾ ਹੈਗਾ, ਠੀਕ ਹੈ। ਸੋ ਬਾਕੀ ਇੰਟਰਸਟ ਰੇਟ 'ਚ ਕੋਈ ਜ਼ਿਆਦਾ ਫਰਕ ਨਹੀਂ, ਜੇ ਉਹ ਕਹਿਣ ਤੇ IGST ਫਾਈਂਡ ਕਰ ਦੇਣੀ। ਸੋ ਆਪਾਂ ਕੈਲਕੂਲੇਟ ਕੀ ਕਰਨਾ, टोटल GST एंड टोटल बिल ਜਿਹੜਾ इंक्लूडिंग GST कैलकुलेट करना, ठीक है। बेटा एक गल याद रखनी कि यह सम ਨੂੰ ਹਮੇਸ਼ਾ ਟੇਬਲ ਬਣਾ ਕੇ ਕਰਨਾ ਹੈਗਾ। ਜਿਸ ਤਰ੍ਹਾਂ ਮੈਂ ਟੇਬਲ ਬਣਾਇਆ, ਦੇਖੋ ਆਰਟੀਕਲਸ ਗਿਵਨ ਸੀ, MRP ਗਿਵਨ ਸੀ, GST ਗਿਵਨ ਸੀ। ਅੱਗੇ SP ਬਣਾ ਲਿਆ ਕਿਉਂਕਿ ਡਿਸਕਾਊਂਟ ਤਾਂ ਗਿਵਨ ਨਹੀਂ ਸੀ, तो CGST ਦਾ ਕਾਲਮ ਬਣਾ ਲਿਆ, SGST ਦਾ ਟੋਟਲ ਦਾ ਬਣਾ ਲਿਆ, ਠੀਕ ਹੈ। ਜੇ ਇੰਟਰ ਦਾ ਕੇਸ ਹੁੰਦਾ ਤੇ ਅਸੀਂ IGST ਬਣਾ ਲਿਖ ਲੈਣਾ ਸੀ CGST SGST ਦੀ ਜਗ੍ਹਾ ਤੇ, ਠੀਕ ਹੈ, ਫਿਰ ਇੱਕੋ ਕਾਲਮ ਬਣਨਾ ਹੈ। ਪਰ ਹੁਣ ਦੇਖੋ ਇੰਟਰਾ ਦਾ ਕੇਸ ਹੈ, ਅਸੀਂ ਇਹ ਬਣਾ ਲਿਆ। ਹੁਣ ਦੇਖੋ ਜਰਾ ਇਹਨੂੰ ਸੋਲਵ ਕਰਦੇ ਹਾਂ ਆਪਾਂ, ਠੀਕ ਹੈ। ਬੇਟਾ ਪਹਿਲੇ ਉਹਨਾਂ ਨੇ ਆਰਟੀਕਲ ਕੀ ਹੈ, ਲੈਪਟਾਪ ਹੈ, 1 ਲੱਖ ਦੀ ਜਿਹੜੀ ਹੈਗੀ ਹੈ MRP ਹੈ, 20% GST ਹੈ। ਬੇਟਾ ਡਿਸਕਾਊਂਟ ਨਹੀਂ ਲੱਗਾ, ਸੋ ਸਾਡਾ SP ਸੇਮ MRP ਸਾਡਾ SP ਹੋ ਜਾਂਦਾ ਜਦੋਂ ਡਿਸਕਾਊਂਟ ਨਾ ਲੱਗੇ। ਸੋ 1 ਲੱਖ ਸਾਡਾ ਹੋ ਗਿਆ SP। ਉਸ ਤੋਂ ਬਾਅਦ ਚ ਦੇਖੋ ਨੀਚੇ ਵਾਲੇ ਦਾ ਵੀ ਡਿਸਕਾਊਂਟ ਨਹੀਂ ਲੱਗਾ ਹੈਗਾ, ਸੋ ਕਿੰਨਾ ਆ ਗਿਆ ਸਾਡਾ ਜਿਹੜਾ ਹੈਗਾ 7000 ਸਾਡਾ SP ਹੋ ਗਿਆ, ਠੀਕ ਹੈ। ਜਦੋਂ ਡਿਸਕਾਊਂਟ ਨਾ ਲੱਗੇ MRP ਨੂੰ ਹੀ SP ਲਿਖ ਦੇਣਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਉੱਪਰ ਵਾਲੇ ਦੇਖੋ 20% GST ਹੈ, ਠੀਕ ਹੈ, ਤੇ GST 20% ਹੈ, ਪਰ ਜਿਹੜੀ CGST ਉਹ ਹਾਫ ਹੋ ਜਾਏਗੀ 10%। ਸੋ 10% ਕਿੰਨਾ ਹੋਏਗਾ 1 ਲੱਖ ਦਾ, ਜਰਾ ਧਿਆਨ ਨਾਲ ਦੇਖੋ 1 ਲੱਖ ਹੈ, ਇੱਕ ਜ਼ੀਰੋ ਅਸੀਂ ਕੱਢ ਦਈਏ, ਠੀਕ ਹੈ, ਪੁਆਇੰਟ ਲਾ ਦਈਏ ਡੈਸੀਮਲ, ਸੋ ਕਿੰਨਾ ਆ ਗਿਆ 10,000। ਸੋ ਸਾਡਾ CGST ਹੋ ਗਈ ਬੇਟਾ 10,000। ਉਸ ਤੋਂ ਬਾਅਦ ਦੇਖੋ ਜਰਾ ਅਗਲੇ ਵਿੱਚ ਵੀ ਦੇਖੋ, ਇੱਧਰ ਵੀ ਸਿੰਪਲੀ ਆਪਾਂ SGST ਵੀ 10,000 ਹੀ ਹੋਏਗੀ। ਉਸ ਤੋਂ ਬਾਅਦ ਦੇਖੋ ਜਰਾ ਨੀਚੇ ਵੱਲ ਆ ਜਾਈਏ, ਠੀਕ ਹੈ। ਨੀਚੇ 7000 ਹੈ, CGST ਬੇਟਾ ਕਿੰਨੀ ਹੈਗੀ ਹੈ 30% ਹੈ, 30% GST 30% है, तो CGST होगी 15%, ठीक है। 15/100 मल्टीप्लाई बाय 7000 050, ठीक है बेटा। ਇਹਦੀ GST ਆ ਗਈ 1050। बेटा ਇੱਧਰ ਵੀ ਨਾਲ ਅਸੀਂ ਲਿਖ ਦੇਣੀ ਕਿਉਂਕਿ ਸੇਮ ਹੀ ਹੈ ਨਾ, 15% ਦੋਨੋਂ ਆ ਗਏ। ਉਸ ਤੋਂ ਬਾਅਦ ਦੇਖੋ ਜਰਾ ਹੁਣ ਟੋਟਲ ਕਿਸ ਤਰ੍ਹਾਂ ਕੈਲਕੂਲੇਟ ਕਰਨਾ, ਇੱਕ SP CGST ਤੇ SGST ਨੂੰ ਪਲੱਸ ਕਰ ਲਓ।
ਇਹਨਾਂ ਨੂੰ ਪਲੱਸ ਕਰੋ, ਸਾਡਾ ਆ ਜਾਏਗਾ ਰੁਪੀਸ 1,20,000। ठीक है, क्लियर है। उस तो बाद देखो जरा हुण इन्हां नूं भी प्लस करो जरा, ठीक है। 9100 ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਟੋਟਲ ਆ ਗਿਆ। ਕਲੀਅਰ ਹੈ ਇੰਨੀ ਗੱਲ ਬੇਟਾ, ਸਿੰਪਲ ਹੈ ਜਿਹੜਾ ਹੈਗਾ, ਕਲੀਅਰ ਹੈ। ਇਹ 'ਚ ਕੋਈ ਪ੍ਰੋਬਲਮ ਤਾਂ ਨਹੀਂ। ਦੇਖੋ ਜਰਾ ਹੁਣ ਆਪਾਂ ਕੈਲਕੂਲੇਟ ਕੀ ਕਰਨਾ ਹੈ, ਟੋਟਲ ਜੀਐਸਟੀ ਐਂਡ ਟੋਟਲ ਬਿੱਲ। ਹੁਣ ਦੇਖੋ ਜਰਾ ਬੇਟਾ, ਦੇਖੋ ਇਹਦਾ ਟੋਟਲ ਜੀਐਸਟੀ ਪਹਿਲਾਂ ਸੀਜੀਐਸਟੀ ਪਲੱਸ ਕਰ ਲਈਏ, ਦੈਨ ਜਿਹੜਾ ਹੈਗਾ ਐਸਜੀਐਸਟੀ। ਸੀਜੀਐਸਟੀ ਦਾ ਇਹਦਾ ਟੋਟਲ ਕਿੰਨਾ ਆਇਆ 05011, ਠੀਕ ਹੈ। ਇਹਦਾ ਟੋਟਲ ਬੇਟਾ ਕਿੰਨਾ ਹੈ, ਇਹਦਾ ਵੀ ਇੰਨਾ ਹੀ ਆਏਗਾ 1050, ਠੀਕ ਹੈ। ਕਲੀਅਰ ਹੈ ਨਾ। ਉਸ ਤੋਂ ਬਾਅਦ ਚ ਕੀ ਹੈ, ਦੋਨਾਂ ਨੂੰ ਪਲੱਸ ਕਰ ਦਿਓ ਬੇਟਾ, ਕਿੰਨਾ ਆ ਜਾਏਗਾ ਟੋਟਲ ਜੀਐਸਟੀ ਹੋ ਜਾਏਗੀ ਸਾਡੀ ठीक है। दोनों प्लस करके कितना आ गया साढ़े को बेटा रुपीज 22,100, ठीक है बेटा। ਇਹ ਸਾਡੀ ਟੋਟਲ ਜੀਐਸਟੀ ਆ ਗਈ। ਹੁਣ ਬੇਟਾ ਅਸੀਂ ਕੈਲਕੂਲੇਟ ਕਰਨਾ ਹੈਗਾ ਬਿੱਲ, ਕੈਲਕੂਲੇਟ ਕਰਨਾ ਹੈਗਾ ਸਿੰਪਲ ਬਿੱਲ ਬੇਟਾ, ਇਹ ਸਿੰਪਲ ਹੀ ਹੈ। ਇਹਨੂੰ ਜਿਹੜਾ ਐਡ ਅਪ ਕਰ ਲਓ, ਠੀਕ ਹੈ। ਆਪਾਂ ਐਡ ਕਰ ਲੈਨੇ ਇਹਨੂੰ, टोटल बिल इंक्लूडिंग जीएसटी बेटा साडा आ गया ₹1,29,100, ठीक है। सारा क्लियर है, जो कोई प्रॉब्लम है तो कमेंट कर सकते हो, ठीक है। क्लियर है सब नो, ठीक है बेटा। स्क्रीनशॉट ले लो एक बार, स्क्रीनशॉट ले लो तो घर सॉल्व करो। हाँ जी स्टूडेंट्स, आओ ਅਸੀਂ जीएसटी ਦਾ थर्ड सम करिए। थर्ड सम सेकंड सम इसलिए नहीं किया, सेकंड सम ਤੇ फर्स्ट सम बिल्कुल सेम है, ठीक है। थर्ड सम क्यों कर रहे हैं, ਇਹਦੇ ਵਿੱਚ डिफरेंस है थोड़ा ਜਿਹਾ। देखो यार पहले भी ਸਾਨੂੰ ਦਿੱਤਾ ਸੀ ਕੱਲਾ ਆਰਟੀਕਲਸ एमआरपी एंड जीएसटी, डिस्काउंट ਨਹੀਂ ਸੀ ਦਿੱਤਾ, ठीक है। ਐਰਕਾ ਜਿਹੜਾ ਹੈਗਾ ਸਾਡਾ ਇਹਦੇ ਵਿੱਚ ਸਾਨੂੰ ਡਿਸਕਾਊਂਟ ਗਿਵਨ ਹੈਗਾ, ਸੋ ਇਸ ਕਰਕੇ ਇਹ ਸਮ ਅਸੀਂ ਕਰ ਰਹੇ ਹਾਂ। ਥਰਡ ਫੋਰਥ ਸੇਮ ਹੈਗਾ, ਸੋ ਇਸ ਕਰਕੇ ਆਪਾਂ ਜਿਹੜਾ ਹੈਗਾ ਇੱਕ ਕਰ ਰਹੇ ਹੈਗੇ, ਠੀਕ ਹੈ। ਸੋ ਜਿਹੜਾ ਸੇਮ ਹੋਏਗਾ ਉਹ ਆਪਾਂ ਨਹੀਂ ਕਰਾਂਗੇ, ਠੀਕ ਹੈ। ਸੋ ਫਸਟ ਸੈਕਿੰਡ ਸੇਮ ਸੀ, ਆਪਾਂ ਫਸਟ ਕਰ ਲਿਆ, ਸੈਕਿੰਡ ਨਹੀਂ ਕਰਾਂਗੇ। ਹੁਣ ਆਜੋ ਜਿਹੜਾ ਆਪਾਂ ਦੇਖਦੇ ਹਾਂ हाँ जी स्टूडेंट्स, ਹੁਣ जीएसटी ਦਾ ਆਪਾਂ ਥਰਡ ਸਮ ਕਰਨ ਜਾ ਰਹੇ ਹਾਂ। ਥਰਡ ਇਸ ਲਈ ਕਰ ਰਹੇ ਹੈਗੇ ਆ, ਇਹ ਥੋੜਾ ਜਿਹਾ ਡਿਫਰੈਂਟ ਹੈਗਾ। ਫਸਟ ਸੈਕਿੰਡ ਐਂਡ ਬਿਲਕੁਲ ਸੇਮ ਸੀ, ਫਸਟ ਅਸੀਂ ਕਰਤਾ ਹੈ, ਸੈਕਿੰਡ ਤੁਸੀਂ ਖੁਦ ਕਰਨਾ ਹੈਗਾ, ਠੀਕ ਹੈ। ਜੇ ਕੋਈ ਪ੍ਰੋਬਲਮ ਆਏ ਕਿ ਕਮੈਂਟ ਕਰ ਦਿਓ, ਠੀਕ ਹੈ। ਦੇਖੋ ਯਾਰ ਧਿਆਨ ਨਾਲ, ਇਹ ਫਸਟ ਸੈਕਿੰਡ ਤੇ ਥਰਡ ਵਾਲੇ 'ਚ ਕੀ ਡਿਫਰੈਂਸ ਹੈ ਫਸਟ ਸੈਕਿੰਡ ਨਾਲੋਂ। ਉਹਦੇ ਵਿੱਚ ਆਰਟੀਕਲ ਤੇ ਐਮਆਰਪੀ ਤੇ ਜੀਐਸਟੀ ਸਿਰਫ ਗਿਵਨ ਸੀ, ਡਿਸਕਾਊਂਟ ਐਬਸੈਂਟ ਸੀ, ਡਿਸਕਾਊਂਟ ਨਹੀਂ ਸੀ ਗਿਵਨ, ਠੀਕ ਹੈ। ਸੋ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਡਿਸਕਾਊਂਟ ਵੀ ਗਿਵਨ ਹੈ। ਚਲੋ ਆਓ ਦੇਖਦੇ ਹਾਂ ਅਸੀਂ ਬੇਟਾ। ਉਹ ਪਹਿਲਾਂ ਉਹੀ ਗੱਲ ਤੇ ਆਪਾਂ ਰਹਿਣਾ ਹੈਗਾ ਕਿ ਹਮੇਸ਼ਾ ਹੀ ਇਹਨੂੰ ਸੋਲਵ ਟੇਬਲ ਬਣਾ ਕੇ ਹੀ ਕਰਨਾ। ਸੋ ਟੇਬਲ ਨਾਲ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈਗਾ, ਠੀਕ ਹੈ। ਸੋ ਦੇਖੋ ਜਰਾ, ਵਿਸ਼ਾਲ ਬਾਊਟ ਦਾ ਫੋਲੋਇੰਗ ਆਈਟਮਸ ਫਰੋਮ ਅ ਮਾਲ, ਇੱਕ ਮਾਲ ਚੋਂ ਉਹਨੇ ਖਰੀਦਿਆ। ਇੰਟਰਸਟ ਰੇਟ ਦਾ ਕੇਸ ਹੈਗਾ, ਠੀਕ ਹੈ। ਦੇਖੋ ਜਰਾ, ਇੱਕ ਨੂੰ ਮੋਬਾਈਲ ਲਿਆ, ਕੰਪਿਊਟਰ ਲਿਆ। ਮੋਬਾਈਲ ਦਾ ਐਮਆਰਪੀ ਹੈਗਾ 1,60,000 ਐਂਡ ਜਿਹੜਾ ਹੈਗਾ कंप्यूटर का 45,000, डिस्काउंट 10%, 20%, जीएसटी 28% एंड 18%। कैलकुलेट करना टोटल जीएसटी एंड सेकंड कैलकुलेट करना टोटल बिल इंक्लूडिंग जीएसटी। आओ देखते हैं ਅਸੀਂ फर्स्ट 4 कॉलम्स ਤੇ ਗਿਵਨ ਵਾਲੇ ਹੀ ਹੈ। ਅੱਗੇ ਕੀ ਪਹਿਲਾਂ ਡਿਸਕਾਊਂਟ ਪਰਸੈਂਟ ਹੈ ਨਾ, ਸੋ ਅਸੀਂ ਡਿਸਕਾਊਂਟ ਕੱਢਾਂਗੇ, ਠੀਕ ਹੈ। ਡਿਸਕਾਊਂਟ ਕਿੰਨਾ ਸਾਨੂੰ ਮਿਲਿਆ, ਠੀਕ ਹੈ। ਹੁਣ ਦੇਖੋ ਜਰਾ 10% ਹੈ,
10% मतलब कि एक डिजिट जिहड़ा हैगा 1,60,000 है, ठीक है। ਇਹਦੇ ਵਿੱਚੋਂ एक डिजिट हटा दो, पॉइंट ला दो, तो कितना बढ़िया 16,000 बन गया डिस्काउंट, ठीक है। उस तो बाद देखो जरा डिस्काउंट 16,000 है, उस तो बाद नीचे वाले का डिस्काउंट देखो 20%, 10% हो गया 4,500, यानी कि 20% हो गया 9,000, ठीक है। डिस्काउंट ਇਹਦਾ हो गया 9,000, ठीक है। ਹੁਣ देखो जरा ਆਪਾਂ किस तरह करना, ਹੁਣ SP किस तरह आएगा, डिस्काउंट माइनस करिए MRP ਵਿੱਚੋਂ, MRP ਵਿੱਚੋਂ डिस्काउंट माइनस करिए तो साਡਾ SP आ जाएगा, वो होएगा 14400, 1,44,000 ਸਾਡਾ ਹੋ ਜਾਏਗਾ SP, ठीक है। डिस्काउंट ਜਿਹੜਾ ਹੈਗਾ ਅਸੀਂ ਮਾਈਨਸ ਕਰਨਾ ਹੈਗਾ MRP ਚੋਂ, ਦੈਨ ਸਾਡਾ SP ਆਏਗਾ, ठीक है। ਇਹ याद रखना, ਅੱਗੇ ਜਦੋਂ ਡਿਸਕਾਊਂਟ ਨਹੀਂ ਸੀ ਗਿਵਨ ਆਪਾਂ ਸਿੱਧਾ ਹੀ MRP ਨੂੰ SP ਲਿਖ ਦਿੰਦੇ ਹਾਂ, ठीक है। ਸੋ ਡਿਸਕਾਊਂਟ ਗਿਵਨ ਹੁਣ ਮਾਈਨਸ ਕਰਕੇ ਦੈਨ SP ਆਏਗਾ। ਹੁਣ ਇਹਦੇ ਵਿੱਚ ਵੀ ਮਾਈਨਸ ਕਰੋ, 9,000 ਮਾਈਨਸ ਕਰੋ, ਸਾਡਾ ਆ ਗਿਆ 36,000, ठीक है। SP ਸਾਡਾ ਆ ਗਿਆ। ਹੁਣ SP ਉੱਪਰ ਹੀ ਬੇਟਾ CGST ਐਂਡ SGST ਲੱਗਦੀ ਹੈ, ठीक है। ਹੁਣ ਦੇਖੋ ਇਹਦੇ ਉੱਤੇ ਜਿਹੜੀ ਹੈਗੀ ਮੋਬਾਈਲ ਉਤੇ GST ਹੈਗੀ 28%, यानी कि CGST होगी कितनी 14%, ठीक है। यानी कि 14%, 14 डिवाइडेड बाय 100 मल्टीप्लाई बाय SP जितना है। 20,160, ठीक है। 20,160, ठीक है। SGST भी सेम आ जाएगा 20,160, ठीक है। और नीचे वाले का कैलकुलेट करते हैं, नीचे वाले का GST है 18%, सो CGST कितना हो गया 9%, 9% कैलकुलेट कर देंगे आप, 9/100 मल्टीप्लाई बाय 36,000, थ्री टू फोर जीरो, बेटा इधर भी लिख दो 3240, क्लियर है इथों तक, ठीक है। हुण टोटल है, टोटल आप किस तरह कैलकुलेट करीदा, SP नूं CGST ते SGST नूं प्लस करके, ठीक है। इन्हां नूं प्लस कर दांगे तो साडा आ जाएगा, साडा टोटल आ जाएगा, देखो लियाओ करिए। बेटा साडा आ गया टोटल 1,84,320 रुपीज, ठीक है। उस बाद नीचे का भी आप करते हैं 36,000 SP, CGST एंड SGST, फोर टू 480, ठीक है। 42,480 रुपीज साडा आ गया है टोटल, ठीक है। हुण आपां कैलकुलेट करना टोटल GST, पहला CGST दे टोटल करो, दैन SGST दे, ठीक है। CGST दे टोटल देखो जरा, टू थ्री 400, 23,400, बेटा ਇਹਦਾ भी 23,400 ही आ जाएगा।
ਹੁਣ ਇਹਦਾ ਟੋਟਲ ਵੀ ਕਰੋ ਬੇਟਾ। ਇਹਦਾ ਟੋਟਲ ਬੇਟਾ ਆ ਗਿਆ 2,26,800। ठीक है 2,26,800 ਸਾਡਾ ਟੋਟਲ ਜਿਹੜਾ ਗ੍ਰੈਂਡ ਟੋਟਲ ਆ ਗਿਆ। ਠੀਕ ਹੈ ਹੁਣ ਦੇਖੋ ਬੇਟਾ ਅਸੀਂ ਜਿਹੜਾ ਆਨਸਰ ਕੱਢਣਾ ਸੋ ਬੇਟਾ ਸਾਡਾ ਪਹਿਲਾ ਆਨਸਰ ਜਿਹੜਾ ਹੈਗਾ ਟੋਟਲ GST ਉਹ ਬੇਟਾ CGST ਤੇ SGST ਨੂੰ ਟੋਟਲ ਕਰਕੇ ਆ ਜਾਏਗਾ। कितना आ जाएगा बेटा 23,400 प्लस 23,400 वो आ जाएगा ₹46,800। क्लियर है बेटा। हम टोटल बिल ਅਸੀਂ ਕੱਢਣਾ ਹੈਗਾ। टोटल बिल ਜਿਹੜਾ ਕਿਸ ਤਰ੍ਹਾਂ ਆਪਾਂ ਕੈਲਕੂਲੇਟ ਕਰਨਾ टोटल बिल ਤੇ ਸਾਡਾ ਆ ਹੀ ਗਿਆ ਹੋਇਆ ਇਹ ਜਿਹੜਾ ਸਾਡਾ ਟੋਟਲ ਬਿੱਲ ਹੈਗਾ। ਠੀਕ ਹੈ ਜਿਸ ਤਰ੍ਹਾਂ ਆਪਾਂ ਕਿਹਨੂੰ ਕੈਲਕੂਲੇਟ ਪਲੱਸ ਕਰਕੇ ਕਰੀਦਾ SP ਨੂੰ CGST ਤੇ SGST ਨੂੰ ਕਰੀਦਾ ਉਹ ਆਪਾਂ ਲਿਖਿਆ ਹੋਇਆ ਪਹਿਲਾਂ ਹੀ। ਉਸ ਤੋਂ ਬਾਅਦ ਨੀਚੇ ਦਾ ਵੀ ਇਸ ਤਰ੍ਹਾਂ ਉਹ ਵੀ ਲਿਖਿਆ ਹੋਇਆ ਇਹਨਾਂ ਦੋਵਾਂ ਦਾ ਟੋਟਲ ਵੀ ਕੱਢਿਆ ਹੋਇਆ। ਸੋ ਇਹ ਸਾਡਾ ਟੋਟਲ ਬਿੱਲ ਹੈ ਸੈਕੰਡ ਟੋਟਲ ਬਿੱਲ ਇਨਕਲੂਡਿੰਗ GST। हाँ जी ठीक है बेटा बहुत आसानी नाल असीं सम कीता। एक बार देख लो पेपर टेबल बना के ही करना तुसीं देख लो स्क्रीनशॉट ले लो जो कोई प्रॉब्लम है कमेंट कर दो। हाँ जी स्टूडेंट्स आओ इस नैक्सट सम करते हैं। देखो ਜਿਹੜਾ ਹੈਗਾ 4th 5th ਸਮ ਹੁਣ ਬਿਲਕੁਲ ਸੇਮ ਹੈ। ਮੈਂ 5th ਕਰ ਰਿਹਾ ਕਿਉਂਕਿ ਇਹਦੇ ਵਿੱਚ ਪੋਸਿਬਿਲਿਟੀਜ਼ ਜ਼ਿਆਦਾ ਹੈਗੀਆਂ। ਠੀਕ ਹੈ 4th ਤੋਂ ਹੀ ਖੁਦ ਕਰਨਾ ਹੈਗਾ ਬਹੁਤ ਈਜ਼ੀ ਸਮ ਹੈ। ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਇਹ ਹੈਗਾ 3rd ਸਮ ਨਾਲੋਂ ਕਿ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਡਿਸਕਾਊਂਟ ਮਿਸਿੰਗ ਹੈ। ਡਿਸਕਾਊਂਟ ਕਿਸੇ ਕਿਸੇ ਦੇ ਨਹੀਂ ਗਿਵਨ ਕਿਸੇ ਦੇ ਗਿਵਨ ਤੇ ਕਿਸੇ ਦੇ GST ਨਹੀਂ ਗਿਵਨ ਹੈਗੀ। ਹੁਣ GST ਨਿਲ ਦਾ ਮਤਲਬ ਵੀ ਉਹੀ ਹੁੰਦਾ ਵੀ ਨਹੀਂ ਐਪਲੀਕੇਬਲ ਤੇ ਇਹ ਲਾइन ਦਾ ਮਤਲਬ ਵੀ ਇਹ ਹੁੰਦਾ। ਠੀਕ ਹੈ ਕਲੀਅਰ। ਸੋ ਮੈਂ ਦੋਨੋਂ ਕੇਸ ਲਏ ਹੋਏ ਆ। ਠੀਕ ਹੈ ਹਰ ਪੋਸਿਬਿਲਿਟੀ ਲਈ ਹੈ। ਦੇਖੋ ਇੱਕ 'ਚ ਦੋਵੇਂ ਚੀਜ਼ਾਂ ਦਿੱਤੀਆਂ ਇੱਕ 'ਚ ਡਿਸਕਾਊਂਟ ਨਹੀਂ ਦਿੱਤਾ ਇੱਕ 'ਚ GST ਨਹੀਂ ਦਿੱਤੀ ਇੱਕ 'ਚ ਦੋਵੇਂ ਨਹੀਂ ਦਿੱਤੇ ਹੋਏ। ਠੀਕ ਹੈ ਹਰ ਪੋਸਿਬਿਲਿਟੀ ਕਵਰ ਕੀਤੀ ਹੈ। ਆਓ ਦੇਖਦੇ ਹਾਂ ਅਸੀਂ ਸਮ ਬਹੁਤ ਈਜ਼ੀ ਹੈ। ਉਹ ਟੋਟਲ GST ਐਂਡ ਟੋਟਲ ਬਿੱਲ ਇਨਕਲੂਡਿੰਗ GST ਕੈਲਕੂਲੇਟ ਕਰਨਾ ਹੈਗਾ। ਠੀਕ ਹੈ ਬਾਕੀ ਵਿਮਲ ਬਾਊਟ ਦਾ ਫੋਲੋਇੰਗ ਆਈਟਮਸ ਫਰੋਮ ਅ ਮਾਲ ਜੋ ਉਹਨੇ ਖਰੀਦੀਆਂ ਇਹਦਾ ਮਤਲਬ ਜਿਹੜਾ ਹੈਗਾ ਇੰਟਰ ਸਟੇਟ ਦਾ ਕੇਸ ਹੈ ਤੇ ਆਪਾਂ ਇਹ ਟੇਬਲ ਨਾਲ ਹੀ ਸੋਲਵ ਕਰਾਂਗੇ। ਠੀਕ ਹੈ ਟੇਬਲ ਨਾਲ ਈਜ਼ੀ ਹੁੰਦਾ ਹੈਗਾ। ਠੀਕ ਹੈ ਕਿਉਂ ਈਜ਼ੀ ਹੁੰਦਾ ਬੇਟਾ ਦੇਖੋ ਹੁਣ ਇੱਕ ਸਾਡੇ ਕੋਲ ਚਾਰ ਚੀਜ਼ਾਂ ਇੱਕ ਦੀਆਂ ਕਿੰਨੀਆਂ ਚੀਜ਼ਾਂ ਆ ਗਈਆਂ 1 2 3 4 5 ਇੱਕ ਦੀਆਂ 5 ਚੀਜ਼ਾਂ ਤੇ 4 5 ਦਾ 20 ਚੀਜ਼ਾਂ ਤੁਸੀਂ ਵੈਸੇ ਕਰੋਗੇ ਤੇ ਉਹ ਜਿਹੜਾ ਹੈਗਾ ਉਹ ਪਹੁੰਚ ਹੋ ਸਕਦਾ। ਜੇ ਟੇਬਲ ਬਣਾ ਕੇ ਕਰੋਗੇ ਬਿਲਕੁਲ ਸਹੀ ਰਹੇਗਾ। ਠੀਕ ਹੈ ਸੋ ਟੇਬਲ ਬਣਾ ਕੇ ਹੀ ਪੇਪਰ 'ਚ ਕਰਨਾ। ਦੇਖੋ ਜਰਾ ਸਾਈਕਲ ਹੈ ਉਹਦਾ MRP 30,000 ਹੈ। ਸਭ ਤੋਂ ਪਹਿਲਾਂ ਅਸੀਂ ਡਿਸਕਾਊਂਟ ਕੈਲਕੂਲੇਟ ਕਰਾਂਗੇ। ਡਿਸਕਾਊਂਟ ਕਿੰਨਾ ਆ ਗਿਆ ਬੇਟਾ 10% ਦੇ ਹਿਸਾਬ ਨਾਲ 3,000 ਸਾਡਾ ਆ ਗਿਆ MRP। ਇੱਕ ਜ਼ੀਰੋ ਵਿੱਚੋਂ ਕੱਟਤੀ ਨਾ ਤੇ 10% ਆ ਗਿਆ 3,000। ਸੈਕਿੰਡ ਤੇ ਬੇਟਾ ਲੱਗ ਨਹੀਂ ਰਿਹਾ ਡਿਸਕਾਊਂਟ ਕੋਈ ਨਹੀਂ ਹੈ। ਸੋ ਉਸ ਤੋਂ ਬਾਅਦ ਅਗਲੇ ਤੇ ਹੈਗਾ 20% 10% ਹੋ ਗਿਆ ਬੇਟਾ 250 ਇਹਦਾ ਡਬਲ ਕਰ ਦੋ ਕਿੰਨਾ ਹੋ ਗਿਆ 500 ਹੋ ਗਿਆ ਸਾਡਾ
ठीक है। जिस तरह नहीं ਔਰਲੀ समझ आ रहा ਤੁਸੀਂ वैसे भी कैलकुलेट कर सकते हैं कि जे 20/100 मल्टीप्लाई बाय 2500 उतना भी आ जाएगा, ठीक है। पर इस तरह करो ज़्यादा ईजी होएगा। उस तो बाद ਇਹਦੇ ਵਿੱਚ ਤੇ ਹੈ ਨਹੀਂ डिस्काउंट, ठीक है। ਇੰਨਾ पता लगा डिस्काउंट ਸਾਡਾ ਜਿਨ੍ਹਾਂ ਦਾ ਹੈ ਸੀ ਉਹ ਆਪਾਂ ਕੱਢ ਲਿਆ। ਹੁਣ SP ਦੇਖੋ जरा, जिन्हों का डिस्काउंट है वो माइनस कर दो। सो आ गया 27,000, ठीक है। SP 27,000 आ गया डिस्काउंट माइनस करके MRP चो, बट ये है नहीं डिस्काउंट, सो सीधा 66,000 आ जाएगा SP, क्योंकि जो डिस्काउंट ना हो आप सीधा ही वो लिखते हैं MRP को SP लिखते हैं। उस तो बाद देखो जरा जोड़ा है 500 है डिस्काउंट चो माइनस करो 2500 चो साडा आ गया 2000 आ गया बेटा, 2000 आ गया साडा, ठीक है। SP ਤੇ ਇਹਦੇ ਵਿੱਚ ਤੇ ਹੈ ਨਹੀਂ ਜਿਹੜਾ ਹੈਗਾ ਡਿਸਕਾਊਂਟ, ਸੋ ਸਾਡਾ ਕਿੰਨਾ ਆ ਗਿਆ 2000 ਹੀ ਆ ਗਿਆ ਸਾਡਾ SP, ठीक है। क्लियर है SP। ਹੁਣ SP ਉੱਪਰ ਹੀ ਆਪਾਂ GST ਲਾਉਣੀ ਹੈ ਕਿ ਠੀਕ ਹੈ। ਦੇਖੋ ਪਹਿਲੇ ਤੇ GST ਦੀ 28%, ਪਰ CGST ਕਿੰਨੀ ਹੋ ਗਈ 14%, ਸੋ 14% 27,000 ਦਾ ਕਿੰਨਾ ਹੋ ਗਿਆ 14%। 7 to the 4, थ्री 3780, ठीक है। जरा एक बार देख लो 3780 आ गया। हाँ जी स्टूडेंट 3780 आ गया, इधर भी बेटा 3780 लिख दो। क्लियर है। उस तो बाद देखो जरा नेक्स्ट का बेटा 18% है GST, तो कितना आ जाएगा 18 का 9% हो जाएगा, ठीक है। 9% देखो जरा 9% ऑफ 9% कितना बेटा 6,000 का 6 9 54 540 बेटा आ गया, ठीक है। ਹੁਣ अगले का भी देखो जरा, अगले का भी 540 हो गया, SGST भी 540 हो गया ना, यानी कि उस तो बाद देखो जरा ਆਪਾਂ ਇਹਦੇ ਤੇ ਹੈਗਾ GST बेटा है ही नहीं कोई भी ਇਹਦੇ ਵਿੱਚ ਧਿਆਨ ਨਾਲ ਦੇਖੋ जरा ਨੀਲ ਹੈਗੀ GST, तो ਕੀ ਕਰਾਂਗੇ SGST भी नील हो जाएगी ਤੇ CGST भी दोनों नील हो जाएंगे, ठीक है। उस तो बाद देखो जरा अगले ਵਿੱਚ भी GST नहीं हैगी, सो ਕੀ ਕਰਾਂਗੇ ਆਪਾਂ ਦੋਵਾਂ ਤੇ ਡੈਸ਼ ਡੈਸ਼ ਪਾ ਦਾਂਗੇ, ठीक है। क्लियर है। ਹੁਣ ਦੇਖੋ जरा बेटा ਹੁਣ ਆਪਾਂ ਟੋਟਲ ਕਰਦੇ ਹੈਗੇ ਆ, ਟੋਟਲ ਕਿਸ ਤਰ੍ਹਾਂ ਕਰਦੇ ਆ SP CGST ਐਂਡ SGST। SP ਕਿੰਨਾ ਆ ਜਾਏਗਾ ਬੇਟਾ 3780 3780 ਤੇ 27,000, 8 8s are 16, 7 7s are 14 15 10 ਤੇ 4 14 3 बेटा आ गया 34,560, ठीक है। 34,560 आ गया। अगले का देखो बेटा, अगला देख लेंगे आप 540 540
ਉਸ ਤੋਂ ਬਾਅਦ ਕੀ ਹੈ 6000 08 7000 7080 रुपीज़। ठीक है, ਹੁਣ ਇਹਦਾ ਦੇਖੋ ਇਹਦੇ ਤੇ CGST SGST ਹੈ ਨਹੀਂ, ਸੋ ਸਿੱਧਾ ਹੀ ਇਹਦਾ ਆ ਜਾਏਗਾ ਕਿੰਨਾ 2000। नीचे वाले का भी सेम है, CGST SGST है नहीं, सिंपल ही आ जाएगा। ठीक है, इतना तो क्लियर है बेटा। जो कोई प्रॉब्लम है तो कमेंट कर सकते हो। देखो जरा कोई प्रॉब्लम तो नहीं है, सारा फिल हो गया साडा टेबल। ठीक है, ਹੁਣ ਅਸੀਂ ਕਰਨਾ ਕੀ ਹੈ, ਉਹ CGST ਦਾ ਟੋਟਲ SGST ਦਾ ਟੋਟਲ ਤੇ ਟੋਟਲ ਦਾ ਟੋਟਲ ਕਰਨਾ, ਗ੍ਰੈਂਡ ਟੋਟਲ ਯਾਨੀ ਕਿ। ਹੁਣ ਦੇਖੋ ਜਰਾ ਇਹਨੂੰ ਪਲੱਸ ਕਰਦੇ ਆ ਆਪਾਂ। 3780 540 0 7 आ गया बेटा 4320। इधर भी बेटा 4320। ठीक है, CGST और SGST का टोटल है। ठीक है, उस तो बाद जो है आप टोटल अदा करिए। ठीक है, सिंपल ही ठीक है बेटा 45,640 आ गया साडा। ठीक है, हुण असीं टोटल GST कैलकुलेट करांगे। सानूं पहलां क्या गया टोटल GST। ठीक है, टोटल GST कितना 4320 डबल ही करना, सिंपल आ जाएगा। ठीक है, तो साडा पहला आंसर आ गया टोटल GST रुपीज 8640। ए बेटा फर्स्ट आंसर आ गया। एंड सेकंड आंसर बेटा टोटल बिल इंक्लूडिंग GST वो बेटा आ गया रुपीज 45640। ठीक है, एड़ा सिंपल ही है साडा ये कोई बिल हो जाता है इंक्लूडिंग GST। इतना लिख लो इंक्लूडिंग GST। ठीक है बेटा, बहुत ही ईजी मैथड ਨਾਲ ਅਸੀਂ ਕੀਤਾ ਹੈਗਾ ਸਮ। ਠੀਕ ਹੈ, ਇਹ ਜਿਹੜਾ ਹੈਗਾ ਜੀ ਇਹਦੇ ਵਿੱਚ ਕੁਝ ਮਿਸਿੰਗ ਵੈਲਿਊਜ਼ ਸੀ, ਮਿਸਿੰਗ ਵੈਲਿਊਜ਼ ਵਾਲਾ ਸਮ ਸੀ। ਠੀਕ ਹੈ, ਹਰ ਪੋਸਿਬਿਲਿਟੀ ਇਹਦੇ ਵਿੱਚ ਕਵਰ ਕੀਤੀ ਗਈ ਹੈਗੀ ਹੈ। ਠੀਕ ਹੈ, ਹੋਪ ਤੁਹਾਨੂੰ ਸਾਰਾ ਕਲੀਅਰ ਹੋਏ। ਜੇ ਨਾ ਜੇ ਕੋਈ ਪ੍ਰੋਬਲਮ ਹੋਏ ਤਾਂ ਕਮੈਂਟ ਕਰ ਸਕਦੇ ਹੋ। ਇੱਕ ਵਾਰ ਸਕਰੀਨਸ਼ਾਟ ਲੈ ਲਓ, ਘਰ ਪ੍ਰੈਕਟਿਸ ਕਰੋ। हाँ जी स्टूडेंट्स, आज वो 6 सम करिए। 6 सम च थोड़ा जिहा डिफरेंस है। ठीक है, ज़्यादा नहीं, क्वांटिटी का डिफरेंस लिया होया। ठीक है, पहला सानू टोटल MRP दिता हुंदा है, हुण इस बार टोटल MRP खुद कढना। ठीक है, क्वांटिटी वधा दी गई है। ठीक है, देखो जरा पहला क्वांटिटी 1 सी, हुण क्वांटिटी देखो जरा शर्ट है, बाकी वही है इंटरेस्ट रेट का केस है क्योंकि सानवी ने सारा कुछ बाउट किया एक मॉल चो इंट्राडे इंट्राडे कह रहे हैं। हाँ जी बेटा, आज असीं सम नंबर 6 करिए। ठीक है, बहुत ईजी सम है। ठीक है, थोड़ा जिहा भी डिफरेंस है। डिफरेंस की है, पहला क्वांटिटी 1 हुंदी सी। ठीक है, आप
ਆਪਾਂ ਜਿਹੜੀ ਵੀ ਚੀਜ਼ ਲੈਂਦੇ ਇੱਕ ਕੁਆਂਟੀਟੀ ਹੁੰਦੀ ਸੀ, ਹੁਣ ਜਿਹੜੀ ਕੁਆਂਟੀਟੀ ਬਦਲ ਕੇ ਹੈ। ਅੱਗੇ MRP ਸਾਨੂੰ ਟੋਟਲ MRP ਦਿੱਤਾ ਹੁੰਦਾ ਸੀ, ਠੀਕ ਹੈ, ਕਿਉਂਕਿ ਆਬਜੈਕਟ ਆਈਟਮ ਹੀ ਇੱਕ ਹੁੰਦੀ ਸੀ। ਹੁਣ ਜਿਹੜਾ ਹੈਗਾ ਆਈਟਮਾਂ ਜਿਹੜੀਆਂ ਹੈਗੀਆਂ ਜ਼ਿਆਦਾ, ਸੋ ਸਾਨੂੰ ਟੋਟਲ MRP ਕੱਢਣਾ ਪਏਗਾ, ਠੀਕ ਹੈ। ਸੋ ਦੇਖੋ ਜਰਾ, ਦੇਖੋ ਇੰਟਰਸਟ ਰੇਟ ਦੇ ਕੇਸ ਹੈ, ਕਿਉਂਕਿ ਉਹ ਸਾਨਵੀ ਨੇ ਸਾਰਾ ਕੁਝ ਬਾਊਟ ਕੀਤਾ ਮਾਲ ਚੋਂ। ਇੱਕ ਉਹਨੇ ਸ਼ਰਟ ਲਈ, MRP ਇੱਕ ਪੀਸ ਦਾ 300 ਹੈ, ਟੋਟਲ ਉਹਨੇ ਕਿੰਨੇ ਲਈ ਕੁਆਂਟੀਟੀ 5, ਠੀਕ ਹੈ। ਸੋ ਸਾਨੂੰ ਟੋਟਲ MRP ਕੱਢਣਾ ਪਏਗਾ, ਠੀਕ ਹੈ। ਉਸ ਤਰ੍ਹਾਂ ਹੀ ਜੀਨਸ ਹੈ, ਉਹਨੇ ਇੱਕ ਦਾ MRP ਹੈਗਾ 700, ਉਹਨੇ ਜਿਹੜੀ ਹੈਗੇ ਦੋ ਕੁਆਂਟੀਟੀ ਜਿਹੜੀਆਂ ਦੋ ਲਈਆਂ ਹੈਗੇ, ਸੋ ਸਾਨੂੰ MRP ਕੱਢਣਾ ਪਏਗਾ, ਠੀਕ ਹੈ। ਉਸ ਤਰ੍ਹਾਂ ਬਲੇਜ਼ਰ ਵੀ ਹੈ, ਉਹਨੇ 3 ਬਲੇਜ਼ਰ ਲਏ, ਸੋ ਉਹਦਾ ਵੀ MRP ਕੱਢਣਾ ਪਏਗਾ, ਠੀਕ ਹੈ ਬੱਚੇ। ਕਰਨਾ ਬਾਕੀ ਟੇਬਲ ਬਣਾ ਕੇ ਗਿਆ, ਵੇਖੋ ਇਸ ਤਰ੍ਹਾਂ ਟੇਬਲ ਬਣਾ ਕੇ ਆਪਾਂ ਕਰਨਾ, ਠੀਕ ਹੈ। ਆਓ ਸਟਾਰਟ ਕਰਦੇ ਹਾਂ। ਦੇਖੋ ਜਰਾ, ਸ਼ਰਟ MRP ਇਹਦਾ 300 ਹੈ, ਕੁਆਂਟੀਟੀ 5 ਹੈ, 5 ਨੂੰ ਇਹਦੇ ਨਾਲ ਮਲਟੀਪਲਾਈ ਕਰੋ, ਠੀਕ ਹੈ। ਕਿੰਨਾ ਹੋ ਗਿਆ 1500, ਟੋਟਲ MRP ਹੋ ਗਿਆ ਸ਼ਰਟਸ ਦਾ। ਉਸ ਤੋਂ ਬਾਅਦ ਜਿਹੜਾ ਹੈਗਾ ਜੀਨਸ, ਇੱਕ ਜੀਨ 700 ਦੀ ਹੈ, ਦੋ ਜੀਨਸ ਲਈਆਂ, ਸੋ ਕਿੰਨਾ ਹੋ ਗਿਆ 1400। ਉਸ ਤੋਂ ਬਾਅਦ ਦੇਖੋ 1200 ਦਾ ਇੱਕ ਬਲੇਜ਼ਰ ਹੈ, ਉਹਨੇ 3 ਬਲੇਜ਼ਰ ਲਏ, ਸੋ ਕਿੰਨੇ ਦਾ ਹੋ ਗਿਆ 3600। ਹਾਂਜੀ। ਉਸ ਤੋਂ ਬਾਅਦ ਦੇਖੋ ਡਿਸਕਾਊਂਟ, ਹੁਣ ਡਿਸਕਾਊਂਟ ਕੈਲਕੂਲੇਟ ਕਰਾਂਗੇ। ਡਿਸਕਾਊਂਟ ਜਿਹੜਾ ਹੈਗਾ ਬੇਟਾ 10% ਹੈ, 10% ਡਿਸਕਾਊਂਟ ਕਿੰਨਾ ਹੋ ਗਿਆ, ਇੱਕ ਲਾਸਟ ਜ਼ੀਰੋ ਅਸੀਂ ਛੱਡ ਦਾਂਗੇ, ਸੋ ਕਿੰਨਾ ਹੋ ਗਿਆ 150, 10% ਹੋ ਗਿਆ 150। ਸੈਕਿੰਡ ਵਾਲੇ ਤੇ ਡਿਸਕਾਊਂਟ ਹੈ ਨਹੀਂ ਬੇਟਾ। ਉਸ ਤੋਂ ਬਾਅਦ ਜਿਹੜਾ ਹੈਗਾ ਥਰਡ ਵਾਲਾ, ਉੱਥੇ ਡਿਸਕਾਊਂਟ ਕਿੰਨਾ 20% ਹੈ, 10% ਕਿੰਨਾ ਹੋ ਗਿਆ ਬੇਟਾ 360, ਇਹਦਾ ਡਬਲ ਕਰ ਲਓ 20% ਲਈ, ਸੋ 720 ਆ ਗਿਆ, ਠੀਕ ਹੈ ਬੇਟਾ। 720 ਜਿਹੜਾ ਹੈਗਾ ਡਿਸਕਾਊਂਟ ਸਾਨੂੰ ਪਿਆ ਹੈਗਾ, ਠੀਕ ਹੈ। ਉਸ ਤੋਂ ਬਾਅਦ ਦੇਖੋ ਜਰਾ ਧਿਆਨ ਨਾਲ, ਆਪਾਂ ਹੁਣ ਕਰਦੇ ਹਾਂ ਬੇਟਾ SP ਜਿਹੜਾ ਹੈਗਾ ਫਾਈਂਡ ਕਰਦੇ ਹਾਂ, ਠੀਕ ਹੈ। SP ਕਿਸ ਤਰ੍ਹਾਂ ਆਉਂਦਾ, MRP ਚੋਂ ਡਿਸਕਾਊਂਟ ਮਾਈਨਸ ਕਰਕੇ, MRP ਚੋਂ ਕਰੋ ਜਿਹੜਾ ਡਿਸਕਾਊਂਟ ਮਾਈਨਸ, ਸਾਡਾ ਆ ਜਾਏਗਾ 1350, ਠੀਕ ਹੈ। ਉਸ ਤੋਂ ਬਾਅਦ ਇਹਦਾ ਸੇਮ ਹੀ ਆ ਜਾਏਗਾ ਕਿਉਂਕਿ ਡਿਸਕਾਊਂਟ ਹੈ ਨਹੀਂ। ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਚੋਂ ਵੀ ਜਰਾ ਤੁਸੀਂ ਮਾਈਨਸ ਕਰੋ ਜਰਾ, ਠੀਕ ਹੈ। ਕਿੰਨਾ ਆ ਜਾਏਗਾ 2880 ਆ ਜਾਏਗਾ, ਠੀਕ ਹੈ। 3600 ਤੋਂ 720 ਮਾਈਨਸ ਕੀਤਾ 2880 ਆ ਗਿਆ, ਠੀਕ ਹੈ। ਹੁਣ ਦੇਖੋ ਜਰਾ CGST, ਬੇਟਾ SP ਤੇ CGST ਲੱਗਦੀ ਹੈ। ਹੁਣ CGST ਜਰਾ ਧਿਆਨ ਨਾਲ ਦੇਖੋ ਇੱਥੇ ਕਿੰਨੀ ਹੈਗੀ ਹੈ, GST ਕਿੰਨੀ, GST ਬੇਟਾ ਇੱਥੇ ਲੱਗ ਨਹੀਂ ਰਹੀ, ਨੀਲ ਹੈ, ਸੋ ਕੀ ਹੋਏਗਾ CGST ਐਂਡ SGST ਬੋਥ ਆਰ ਨੀਲ ਹੋ ਜਾਏਗਾ, ਠੀਕ ਹੈ। ਹੁਣ ਦੇਖੋ ਜਰਾ, ਉਸ ਤੋਂ ਬਾਅਦ ਧਿਆਨ ਦਿਓ ਜਰਾ, ਅਗਲਾ ਦੇਖੋ, ਅਗਲੇ ਚ ਹੈਗੀ ਬੇਟਾ 18%, 18% GST ਹੈ, ਇਹਦਾ ਮਤਲਬ CGST ਹੋ ਗਈ 9%, 9% ਕਾਹਦਾ 1400 ਦਾ, 9% ਆਫ 1400 ਕਿੰਨਾ ਆ ਗਿਆ ਬੇਟਾ 14 9 ਦਾ 126, 126 ਇੱਧਰ 126 ਇੱਧਰ, ਠੀਕ ਹੈ। ਉਸ ਤੋਂ ਬਾਅਦ ਦੇਖੋ ਜਰਾ ਜਿਹੜਾ ਹੈਗਾ ਅਗਲੇ ਦਾ, ਦੇਖੋ ਅਗਲੇ ਦੀ GST ਹੈਗੀ ਹੈ 28%, ਯਾਨੀ ਕਿ ਕਿੰਨਾ ਹੋ ਗਿਆ 14%, 14% ਇਹਦਾ ਕੈਲਕੂਲੇਟ ਕਰ ਲਓ। फोर 403.2 बेटा कई बार पॉइंट च भी आ जाता, सो कोई घबराने की लोड़ नहीं है, अपना पॉइंट च है 403.2, सो ਇਹਦਾ ध्यान ਨਾਲ देखो, ਇਹਦਾ भी 403.2, ठीक है। CGST एंड SGST ना हो गया, ठीक है। ਹੁਣ बेटा टोटल किस तरह होना सी, SP है ना CGST SGST प्लस करना, पर वो तो है नहीं, सो कल आप लिख दें कितना 1350, ठीक है। ਹੁਣ ਅਗਲੇ ਦਾ ਦੇਖੋ, ਇਹਨਾਂ ਤਿੰਨਾਂ ਨੂੰ ਪਲੱਸ ਕਰੋ, SP CGST SGST ਜਰਾ ਕਰੋ ਇਹਨਾਂ ਨੂੰ ਪਲੱਸ 1400, ਐਂਡ ਇਹ ਕਿੰਨਾ ਹੋ ਗਿਆ 1400 126 126, ठीक है।
1652। ठीक है, क्लियर है बेटा। ਹੁਣ ਦੇਖੋ जरा ध्यान नाल अपना अगे की हैगा, ਆਪਾਂ ਇਹ वाला करिए SP CGST एंड SGST लिया। थ्री 3686.4। ठीक है, क्लियर है बेटा। असं सारा टेबल फिल कर लिया, एक बार देख लो, जो कोई प्रॉब्लम है तो कमेंट कर सकते हो। ठीक है बेटा, देख लो जो किसी को कोई प्रॉब्लम है तो कमेंट कर सकते हो। देख लो कोई प्रॉब्लम तो नहीं, स्क्रीनशॉट ले लो। बस हम टोटल करना ही रह गया साडा। टोटल देखो, टोटल GST पहला टोटल GST आप कैलकुलेट कर लीए। पहला CGST काउंट करिए कितनी है। $529.2 आ गया। इधर भी इतना ही आ जाएगा 529.2। उस तो बाद एदा टोटल कर लेने आप। बेटा आ गया टोटल, ग्रैंड टोटल साडा आ गया 6688.4। ठीक है, 606808 रुपीज़ एंड जिहड़ा है 40 पैसे। ठीक है, ਹੁਣ देखो जरा आप टोटल GST ਇਹਨਾਂ ਦੋਵਾਂ ਨੂੰ ਪਲੱਸ ਕਰ ਲਈਏ। 529 CGST ਤੇ SGST ਨੂੰ 529 ਤੇ 529 ਨੂੰ ਪਲੱਸ ਕਰਤਾ 529.2। ठीक है, 1058। पहला साडा आ गया टोटल GST बेटा साडा आ गया 1058.4। यह साडी बेटा GST आ गई टोटल। हुण टोटल बिल इंक्लूडिंग GST बेटा होया गिवन सिंपली लिख देना ₹6688.4। ठीक है बेटा, स्क्रीनशॉट ले लो। हाँ जी, बहुत ही ईजी तरीके नाल आपां कीता। सारे सम टेबल बना के बेटा करने हैं। ठीक है, किसी को कोई प्रॉब्लम हो कमेंट कर सकते हो। ठीक है, बोर्ड च इस तरह ही तुसीं करना बेटा। ठीक है, ओके, चलो नैक्सट करते हैं। हाँ जी स्टूडेंट्स, आज जो 7 सम करते हैं, ये बोर्ड च आया हुआ क्वेश्चन 2023 विच। ठीक है, बहुत ही हुण तुहानूं कंसैप्ट सारे क्लीयर है, आसानी ने आप कर लेना, कोई प्रॉब्लम नहीं है कि एक बार स्क्रीनशॉट ले लो। ठीक है, इस तरह टेबल बना के असीं करना है। ठीक है, आ जाओ बेटा। मिसिज अरोड़ा अबाउट द फॉलोइंग आर्टिकल्स फ्रॉम ए डिपार्टमेंटल स्टोर। बेटा मिसिज अरोड़ा ने सारा कुछ कितों खरीदा? डिपार्टमेंटल स्टोर तो। ਇਹਦਾ मतलब ये इंट्रास्टेट का केस है। ठीक है, सो CGST SGST काउंट करेंगे, कैलकुलेट करेंगे। ठीक है, आइटम दो आइटम्स है, प्राइस ਉਹਦਾ ਦਿੱਤਾ GST है एंड डिस्काउंट परसेंटेज नहीं, डिस्काउंट ਸਿੱਧਾ ਹੀ ਦਿੱਤਾ ਹੋਇਆ ਉਹਨਾਂ ਨੇ, ਈਜ਼ੀ ਹੈ ਸਗੋਂ, ਇੱਕ ਦਾ ਦਿੱਤਾ ਇੱਕ ਨੀਲਾ। ठीक है, सिंपल केस है। ठीक है, देखो जरा ध्यान नाल ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, SP ਕੱਢਾਂਗੇ, डिस्काउंट माइनस करके प्राइस चों ਇਹ माइनस कर दो बेटा। डिस्काउंट ਤੇ कितना आ गया, 1200 जो 100 गए 1100, यानी कि SP हो गया।
दूसरे का तो बेटा डिस्काउंट है नहीं, सो एज इट इज प्राइस ही एसपी हो जाएगा। ठीक है, क्लियर है पहले है तो बाद देखो जरा CGST देखो कितना है, पहले तो 18% है, सो फिर CGST कितना 9% हो गया, 9% ऑफ किदा 1100 का, 1100 का कितना हो गया बेटा 99, भी 99, CGST भी SGST भी 99। ठीक है, क्लियर है, 9% ਇਹਦਾ ਕੱਟ ਲਿਆ ਨਾ ਅਸੀਂ। ਠੀਕ ਹੈ, ਉਸ ਤੋਂ ਬਾਅਦ ਇਹਦਾ ਕਿੰਨਾ ਹੈ 12% GST, तो CGST हो गया 6%। ठीक है, तो 6% ऑफ 6/100 मल्टीप्लाई बाय 600 कितना आ गया 36 रुपीज आ गया बेटा। क्लियर है, ठीक है, बस हो ही गया सम। ਆਪਾਂ टोटल किस तरह करना है, ਇਹਨਾਂ ਤਿੰਨਾਂ ਨੂੰ प्लस करके SP CGST एंड SGST, सो कितना आ जाएगा साडा बेटा, आ जाएगा 1100 1200 1300। ठीक है, 1298 आ जाएगा। ठीक है, उस तो बाद देखो जरा नीचे वाले का 600 36 इन्हां प्लस कर लो, कितना आ गया बेटा 672 आ गया साडा आंसर। ठीक है, क्लियर है। हुण देखो जरा सिंपल, आप पहला GST कैलकुलेट करते हैं, पहला CGST का टोटल करो, SGST का कितना आ जाएगा 135, ਇਹਦਾ भी टोटल 135 आ गया, ਤੇ ਇਹਦਾ टोटल जरा देखो कितना हो गया 1970। ठीक है, 1970 हो गया। ठीक है, हुण देखो जरा पहला टोटल GST पेड होगी आ जाएगा CGST प्लस SGST, वो बेटा कितना हो जाएगा 135 प्लस 135 इक्वल टू ₹270। ठीक है, ਜਿਹੜਾ CGST साढ़े GST होगी, टोटल GST पेड कितनी होगी बेटा 270 रुपीज। उस तो बाद की है सेकंड टोटल बिल इंक्लूडिंग GST, आ जाएगा ₹1970। ठीक है, बड़ा आ जाएगा। ठीक है बेटा, देख लो जरा स्क्रीनशॉट ला लो आपका। ठीक है, किसी ने कोई प्रॉब्लम है तो कमेंट कर सकता है। ठीक है, बहुत ही आसानी ने बेटा ਅਸੀਂ ਇਹ ਵੀ ਸਮ ਕਰ ਲਿਆ। ਹੁਣ ਅਸੀਂ 8th देखते हैं, वो भी बोर्ड क्वेश्चन ही है। ठीक है, हाँ जी स्टूडेंट्स, आज 8th सम करते हैं। ये बोर्ड जो आया हुआ है रिसेंटली 2024 में आया है, सम टेबल वाला ही है, बहुत ईजी तरीके ना आज करते हैं। ठीक है, देखो जरा रोहन बाउट द फॉलोइंग ईटेबल्स फॉर हिज फ्रेंड्स, किसी शॉप तो ही बाय किया होगा, सो ये इंटरेस्ट रेट का केस है, सो CGST SGST फाइंड करांगे। आइटम्स लड्डू है, प्राइस 500 पर kg है। ठीक है, क्वांटिटी 2 kg है, GST 5%। नीचे पेस्ट्रीज ₹100 पर पीस है, 12 पीसीज है, 18% है, वो ही सर टोटल प्राइस कटना पेगा पहला। ठीक है, देखो जरा डिस्काउंट नहीं दिता, सगों वधिया। देखो जरा बाकी ये टेबल बना के ਅਸੀਂ करना, टोटल प्राइस कितना हो जाएगा बेटा 500 पर kg का, तो 2 kg लिया हुआ तो फिर कितना हो जाएगा 1000। ठीक है, उस बाद 100 रुपीज पर पीस है, तो कितने पीस ले 12, सो 1200 पीस 1200 हो गया टोटल प्राइस। हुण GST दे वो डिस्काउंट तो है नहीं, सो इन्ना ही जो टोटल प्राइस है वो साडा SP हो गया। ਹੁਣ देखो जरा CGST 1000 ਤੇ कितनी लगेगी बेटा, GST है 5%, सो 2.5%, 2.5 over 100 मल्टीप्लाई बाय
ਜਿਹੜਾ ਹੈਗਾ 1000 ਆ ਗਿਆ ਸਾਡਾ ਬੇਟਾ, ਇਹ ਕੱਟੇ ਗਏ ਨਾਲੇ ਕਿੰਨਾ ਆ ਗਿਆ 25 ਰੁਪੀਜ਼। ਠੀਕ ਹੈ, SGST ਵੀ ਕਿੰਨਾ ਹੋ ਗਿਆ 25 ਰੁਪੀਜ਼। ਕਲੀਅਰ ਹੈ, 2.5% CGST ਐਂਡ SGST ਲੱਗਾ। ਉਸ ਤੋਂ ਬਾਅਦ ਦੇਖੋ ਜਰਾ ਬੇਟਾ ਧਿਆਨ ਨਾਲ ਦੇਖੋ, ਨੀਚੇ ਜਿਹੜਾ ਹੈਗਾ 18% ਹੈ, 18% ਯਾਨੀ ਕਿ 9% ਹੋ ਗਿਆ CGST। 9% ਆਫ ਕਾਹਦਾ 1200 ਦਾ, 12 9 ਦਾ 108, अभी 108 हो गया। क्लियर है बेटा, सिंपल। ठीक है, ਹੁਣ ਦੇਖੋ ਯਾਰ ਆਪਾਂ ਟੋਟਲ ਕਰਨਾ ਹੈਗਾ ਤੇ SP CGST ਤੇ SGST ਨੂੰ ਪਲੱਸ ਕਰ ਦੋ, ਕਿੰਨਾ ਆ ਜਾਏਗਾ 100 25 25 1000 25 25 1050। ਠੀਕ ਹੈ, ਉਸ ਤੋਂ ਬਾਅਦ ਨੀਚੇ ਦੇਖੋ ਜਰਾ 1200 108 108, ਪਹਿਲਾਂ ਕੀ ਹੋ ਗਿਆ 2 116 ਐਂਡ 1200 1416 आ जाएगा 1416। सो आ जाओ पहले आप CGST का टोटल कर लिए, फिर SGST का। ठीक है, वन 133 ਇਹਦਾ भी 133 आ जाएगा बेटा। देखो इन्हों टोटल करते हैं आप, ਇਹਦਾ आ जाएगा 2466। ठीक है, क्लियर है। आ जाओ हम असी आप आंसर लिखिए, टोटल GST $133 प्लस 133 आ गया रुपीज 266। उस तो बाद देखो जरा टोटल बिल पेड इंक्लूडिंग GST वो बड़ा हो जाएगा बेटा रुपीज 2466। ठीक है बेटा, सारा समझ आया? जो किसी ने नहीं समझ आया तो कमेंट कर सकता है। ठीक है बेटा, स्क्रीनशॉट ले लो तो घर प्रैक्टिस करो। ठीक है बेटे, ਅਸੀਂ ਜਿਹੜੇ ਹੈਗੇ 8 ਸਮ ਕਰ ਲਿਆ, 2 ਹੁਣ MCQ ਕਰਾਂਗੇ ਅਸੀਂ ਜਿਹੜੇ ਬੋਰਡ ਦੇ ਹੀ ਹੈ। ਸੋ ਉਹਨਾਂ MCQ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਦੇ ਆ ਰਹੇ ਆ। ਠੀਕ ਹੈ, ਹਾਂਜੀ ਸਟੂਡੈਂਟਸ ਆ ਜਾਓ ਹੁਣ ਬਸ ਲਾਸਟ MCQs ਹੈ, 2 ਆਪਾਂ ਦੇਖਦੇ ਹਾਂ। ਦੋਵੇਂ ਬੋਰਡ ਦੇ ਹੈਗੇ ਆ, ਬਹੁਤ ਈਜ਼ੀ ਹੈ। ਦੇਖੋ ਯਾਰ, द प्रिंटेड प्राइस ऑफ एन आर्टिकल इज 3080, यानी कि प्रिंटेड प्राइस यानी कि MRP हो गया। ठीक है, रेट ऑफ GST इज 10%, ਤੇ GST ਕਿੰਨੀ ਯਾਨੀ ਕਿ ਲੱਗੀ ਉਹ GST ਚਾਰਜ ਅਸੀਂ ਦੱਸਣੀ ਹੈਗੀ ਵੀ ਕਿੰਨੀ। 10% GST ਇਹਦਾ 10% ਕੱਟ ਲਓ ਕਿਉਂਕਿ ਡਿਸਕਾਊਂਟ ਤੇ ਗਿਵਨ ਨਹੀਂ ਹੈ। ਠੀਕ ਹੈ, 10% ਕਿੰਨਾ ਹੋ ਗਿਆ 3080 ਦਾ, ਇੱਥੇ ਪੁਆਇੰਟ ਲਾ ਦਿਓ, ਕਿੰਨਾ ਆ ਗਿਆ ਬੇਟਾ 10% ਹੋ ਗਿਆ 308। ठीक है, तो ये इस तरह भी कर सकते हो 10/100 मल्टीप्लाई 3080, फिर भी कितना आएगा 308 ही आएगा। ठीक है, सो केड़ी ऑप्शन आ गई साडी बी ऑप्शन करेक्ट है। ठीक है, पहला क्लियर है सब नु। दूसरे देखो, फॉरेन इंट्रास्टेट सेल द CGST पेड बाय अ डीलर टू द सेंट्रल गवर्नमेंट। CGST ने पे की कितनी 120 रुपीज। इफ द मार्क्ड प्राइस यानी कि MRP आर्टिकल का कितना 2000 है। ठीक है, रेट ऑफ GST फाइंड करनी कितना रेट ਉਹਦਾ ਲੱਗਾ, ਕਿੰਨੇ % ਲੱਗੀ ਹੋਈ ਹੈ GST ਪਰ। ਇਹ ਸਾਨੂੰ ਕੀ ਗਿਵਨ ਹੈ CGST ਬੇਟਾ। CGST ਕਿੰਨੀ ਹੈਗੀ ਸਾਡੀ 120, ਬੇਟਾ GST ਫਿਰ ਕਿੰਨੀ ਹੋ ਜਾਏਗੀ, GST ਡਬਲ ਹੋ ਜਾਏਗੀ 240। ठीक है, 240 डिवाइडेड बाय 2000 मल्टीप्लाई बाय 100, 12% आंसर है बेटा। ठीक है, कितने सी ऑप्शन। ठीक है, क्लियर है बेटा। ठीक है बेटा, बहुत ही ईजी तरीके ਨਾਲ ਆਪਾਂ ਸਾਰਾ ਜਿਹੜਾ ਹੈਗਾ ਕਰ ਲਿਆ GST ਦਾ। ਹੋਪ ਤੁਸੀਂ ਜਿਹੜਾ ਹੈਗਾ ਪ੍ਰੈਕਟਿਸ ਇੱਕ ਵਾਰੀ ਕਰੋ ਤੇ ਆਪਣਾ ਜਿਹੜਾ ਐਗਜ਼ਾਮ ਤੇ ਸਮ ਤੁਹਾਡਾ ਜ਼ਰੂਰ ਹੋਏਗਾ। ਠੀਕ ਹੈ, ਇਹਦੇ ਜਿਹੜੇ ਹੈ 4 ਮਾਰਕਸ ਜਾਂ 5 ਮਾਰਕਸ ਜਿਹੜੇ ਜਿੰਨੇ ਦਾ ਵੀ ਆਏਗਾ ਤੁਸੀਂ ਜ਼ਰੂਰ ਅਟੈਂਪਟ ਕਰੋਗੇ। ਇੱਕ ਵਾਰੀ ਇਹਨੂੰ ਪ੍ਰੈਕਟਿਸ ਕਰ ਲਓ। ठीक है, ऑल द बेस्ट।